ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਵਡਭਾਗੀ ਮਾਈ ਭਾਈ ਸਤ ਸੰਗੀ ਜਨੋ, ਲਵਾਓ ਆਪੋ ਆਪਣੀ ਹਾਜ਼ਰੀ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਆਪਣਾ ਸਤਿਕਾਰ ਸ਼ਰਧਾ ਭੇਟ ਕਰੋ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ, ਸ਼ਹੀਦੀ ਦਿਹਾੜਾ ਸਮੂਹ ਸਿੱਖ ਜਗਤ ਵਿੱਚ ਔਰ ਸਮੁੱਚੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ, ਕਿਉਂਕਿ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਇੱਕ ਅਨੋਖੀ ਸ਼ਹਾਦਤ ਹੈ, ਅਦੁੱਤੀ ਕੁਰਬਾਨੀ ਹੈ। ਉਹਨਾਂ ਦਾ ਕੋਈ ਸਾਨੀ ਨਹੀਂ। ਐਸੀ ਸ਼ਹਾਦਤ ਅੱਜ ਤੱਕ ਕਿਸੇ ਗੁਰੂ, ਪੀਰ, ਪੈਗੰਬਰ, ਦੇਵੀ ਦੇਵਤੇ, ਔਲੀਏ ਅਵਤਾਰ ਨੇ ਨਹੀਂ ਦਿੱਤੀ, ਜੋ ਪਰ ਉਪਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ। ਆਪਣੀ ਔਲਾਦ ਵਾਸਤੇ, ਆਪਣੀ ਉਮਤ ਵਾਸਤੇ, ਆਪਣੇ ਪਰਿਵਾਰ ਵਾਸਤੇ, ਆਪਣੀ ਜ਼ਮੀਨ ਜਾਇਦਾਦ ਵਾਸਤੇ ਤਾਂ ਸਭ ਦੁਨੀਆ ਮਰਦੀ ਆਈ ਹੈ, ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਸ ਸ਼ਹਾਦਤ ਵਿੱਚ ਕੁਛ ਵੀ ਆਪਣਾ ਨਹੀਂ ਸੀ। ਨਾ ਆਪਣੇ ਧਰਮ ਵਾਸਤੇ, ਨਾ ਆਪਣੀ ਕੌਮ ਵਾਸਤੇ, ਨਾ ਆਪਣੇ ਪਰਿਵਾਰ ਵਾਸਤੇ, ਨਾ ਕੋਈ ਜ਼ਮੀਨ ਜਾਇਦਾਦ ਵਾਸਤੇ, ਨਾ ਜਰ ਵਾਸਤੇ, ਨਾ ਜੋਰੂ ਵਾਸਤੇ। ਉਹਨਾਂ ਦਾ ਆਪਣਾ ਕੋਈ ਵੀ ਇਹਦੇ ਵਿੱਚ ਮਕਸਦ ਨਹੀਂ ਸੀ। ਇਹ ਸ਼ਹਾਦਤ ਉਹਨਾਂ ਦੀ ਹਿੰਦੂ ਧਰਮ ਦੀ ਰਾਖੀ ਵਾਸਤੇ, ਜਿਸ ਵੇਲੇ ਔਰੰਗਜ਼ੇਬ ਨੇ ਇਹ ਸੁਪਨਾ ਲਿਆ ਕਿ ਮੈਂ ਸਾਰੇ ਭਾਰਤ ਵਿੱਚ ਇਸਲਾਮ ਹੀ ਇਸਲਾਮ ਕਰ ਦੇਣਾ, ਉਹਨੇ ਦੇਵੀ ਦੇਵਤਿਆਂ ਦੇ ਮੰਦਰ, ਦੇਹੁਰੇ ਢਾਉਣੇ ਸ਼ੁਰੂ ਕੀਤੇ। ਤੋ ਦੇਵੀ ਦੇਹੁਰੇ ਢਾਹੇ ਕੈ ਤੇ ਠੌਰੀ ਮਸੀਤ ਉਸਾਰਾ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਉਹਨਾਂ ਜਗ੍ਹਾ ਤੇ ਮਸੀਤਾਂ ਬਣਾ ਦਿੱਤੀਆਂ ਗਈਆਂ। ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਇਹ ਹਿੰਦੂ ਧਰਮ, ਜੋ ਕਿ 25 ਮਈ ਨੂੰ ਸੰਨ 1675 ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਕਾਫਲਾ, ਇਹ ਕਸ਼ਮੀਰੀ ਪੰਡਤਾਂ ਦਾ ਡੈਪੂਟੇਸ਼ਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਭਟਕਦਾ ਭਟਕਦਾ ਪਹੁੰਚਿਆ। ਗੁਰੂ ਨਾਨਕ ਦੇ ਘਰ ਨੂੰ ਲੱਭਦਾ ਲੱਭਦਾ, ਜਿਹਦਾ ਮੁਖੀ ਸੀ ਪੰਡਤ ਕਿਰਪਾ ਰਾਮ। ਪੰਡਤ ਕਿਰਪਾ ਰਾਮ ਆਪਣੇ ਇਸ ਕਾਫਲੇ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ
ਗੁਰੂ ਦਰਬਾਰ ਵਿੱਚ ਪਹੁੰਚਿਆ। ਜਿਨ੍ਹਾਂ ਦੇ ਸੀਨੇ ਵਿੱਚ ਹਉਕੇ ਸਨ, ਅੱਖਾਂ ਵਿੱਚ ਆਂਸੂ ਸਨ, ਕਹਿੰਦੇ ਮੂੰਹ ਵਿੱਚ ਘਾਹ ਦਾ ਤਿਨਕਾ ਪਕੜਿਆ ਹੋਇਆ ਸੀ, ਜਿਹਦਾ ਮਤਲਬ ਸੀ ਕਿ ਅਸੀਂ ਏਡੇ ਗੁਲਾਮ ਹੋ ਗਏ ਹਾਂ ਕਿ ਅੱਜ ਸਾਨੂੰ ਮਨੁੱਖ ਹੋ ਕੇ ਘਾਹ ਖਾਣਾ ਪੈ ਰਿਹਾ। ਸਾਡੇ ਧਰਮ ਵਿੱਚ ਔਰੰਗਜ਼ੇਬ ਦਖਲ ਦੇ ਕੇ ਸਾਡੇ ਧਰਮ ਨੂੰ ਨਸ਼ਟ ਕਰ ਰਿਹਾ ਤੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਹੈ। ਮਹਾਰਾਜ ਜੀ, ਅਸੀਂ ਸੁਣਿਆ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਤੇ ਸਾਡੀ ਰਕਸ਼ਾ ਕਰੋ, ਸਾਡੀ ਬਾਂਹ ਪਕੜੋ। ਇਸੇ ਸਮੇਂ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਵਿੱਚ ਆਏ ਕੁਝ ਸਿੱਖਾਂ ਨਾਲ ਆ ਕੇ ਪਿਤਾ ਜੀ ਦੇ ਕੋਲ ਸਿੰਘਾਸਨ ਤੇ ਬੈਠੇ ਤੇ ਪੁੱਛਦੇ ਨੇ, ਪਿਤਾ ਜੀ, ਇਹ ਦੁਖਿਆਰੇ ਲੋਕ ਕੌਣ ਨੇ? ਤਾਂ ਗੁਰੂ ਪਾਤਸ਼ਾਹ ਨੇ ਦੱਸਿਆ, ਲਾਲ ਜੀ, ਇਹ ਕਸ਼ਮੀਰੀ ਪੰਡਤ ਹੈ। ਔਰੰਗਜ਼ੇਬ ਇਹਨਾਂ ਦੇ ਧਰਮ ਨੂੰ ਨਾਸ਼ ਕਰ ਰਿਹਾ, ਇਹਨਾਂ ਨੂੰ ਇਸਲਾਮ ਵਿੱਚ ਲਿਆਉਣ ਵਾਸਤੇ ਕਹਿ ਰਿਹਾ। ਇਹ ਸ਼ਰਨ ਵਿੱਚ ਆਏ ਹੈ ਕਿ ਸਾਡੀ ਰੱਖਿਆ ਕਰੋ। ਫਿਰ ਪਿਤਾ ਜੀ, ਇਹਨਾਂ ਦੀ ਰੱਖਿਆ ਕਰਨੀ ਚਾਹੀਦੀ, ਇਹਨਾਂ ਦੀ ਰੱਖਿਆ ਕਰੋ। ਤੇ ਮਹਾਰਾਜ ਜੀ ਦਾ ਜਵਾਬ ਸੀ, ਇਹਨਾਂ ਦੀ ਰੱਖਿਆ ਤਾਂ ਹੋ ਸਕਦੀ ਹੈ ਜੇ ਕੋਈ ਮਹਾਨ ਵੱਡਾ ਮਹਾਂਪੁਰਸ਼ ਆਪਣੇ ਸੀਸ ਦਾ ਬਲੀਦਾਨ ਦੇਵੇ। ਤਾਂ ਅੱਗੋਂ ਸੁਭਾਵਕ ਉੱਤਰ ਮਿਲਿਆ ਕਿ ਗੁਰੂ ਨਾਨਕ ਦੇ ਘਰ ਤੋਂ ਵੱਡਾ ਤੇ ਸੰਸਾਰ ਵਿੱਚ ਕੋਈ ਹੈ ਹੀ ਨਹੀਂ। ਫਿਰ ਪਿਤਾ ਜੀ, ਤੁਸੀਂ ਇਹਨਾਂ ਦੇ ਧਰਮ ਦੀ ਰਾਖੀ ਕਰੋ। ਇਹ ਭਾਵਨਾ ਜਾਣ ਕੇ, ਇਹ ਉਤਸ਼ਾਹ ਮਿਲਿਆ, ਨੌਵੇਂ ਪਾਤਸ਼ਾਹ ਜੀ ਨੇ ਬਚਨ ਦਿੱਤਾ ਕਸ਼ਮੀਰੀ ਪੰਡਤਾਂ ਨੂੰ ਕਿ ਜਾਓ ਆਪਣੇ ਸੂਬਾ ਸ਼ੇਰ ਮੁਹੰਮਦ, ਜੋ ਕਸ਼ਮੀਰ ਦਾ ਸੂਬਾ ਸੀ ਉਸ ਵੇਲੇ, ਉਹਨੂੰ ਜਾ ਕੇ ਕਹਿ ਦਿਓ ਕਿ ਜੇ ਗੁਰੂ ਨਾਨਕ ਦਾ ਘਰ ਨੌਵੇਂ ਪਾਤਸ਼ਾਹ ਇਸਲਾਮ ਵਿੱਚ ਆ ਜਾਣ ਤੇ ਅਸੀਂ ਸਾਰਾ ਹਿੰਦੁਸਤਾਨ ਆਪੇ ਹੀ ਇਸਲਾਮ ਵਿੱਚ ਆ ਜਾਵਾਂ। ਇਹ ਖਬਰ ਔਰੰਗਜ਼ੇਬ ਤੱਕ ਪਹੁੰਚੀ। ਔਰੰਗਜ਼ੇਬ ਨੇ ਉਸੇ ਵੇਲੇ ਉਹਨਾਂ ਨੂੰ ਗ੍ਰਿਫਤਾਰੀ ਦਾ ਹੁਕਮ ਦਿੱਤਾ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਓ। ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਜਿਹੜੇ ਆਏ ਐਦੀਏ ਸਨ, ਉਹਨਾਂ ਨੂੰ ਇਹ ਕਿਹਾ ਕਿ ਅਸੀਂ ਇਹ ਆਪ ਹੀ ਪ੍ਰੋਗਰਾਮ ਦਿੱਤਾ ਹੈ, ਅਸੀਂ ਆ ਰਹੇ ਹਾਂ ਦਿੱਲੀ ਵੱਲ, ਪਰ ਅਸੀਂ ਰਸਤੇ ਵਿੱਚ ਕਈ ਜਗ੍ਹਾ ਤੇ ਰੁਕਣਾ ਹੈ ਸੰਗਤਾਂ ਦੇ ਕੋਲ, ਤੇ ਅਸੀਂ ਗੁਰਮਤਿ ਪ੍ਰਚਾਰ ਕਰਦੇ ਕਰਦੇ ਬਹੁਤ ਜਲਦੀ ਦਿੱਲੀ ਪਹੁੰਚਾਂ। ਪਰ ਔਰੰਗਜ਼ੇਬ ਕੋਲੋਂ ਸਬਰ ਨਹੀਂ ਸੀ ਹੋ ਰਿਹਾ। ਉਹਨੇ ਦੁਬਾਰਾ ਫਿਰ ਇਹ ਐਦੀਏ ਭੇਜੇ। ਉਸ ਵੇਲੇ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲ ਚੁੱਕੇ ਸਨ ਆਪਣੇ 5 ਸਿੱਖਾਂ ਸਮੇਤ। ਪਰ ਗੁਰੂ ਸਾਹਿਬ ਜੀ ਰਸਤੇ ਵਿੱਚ ਬਰਸਾਤ ਹੋਣ ਕਰਕੇ ਇੱਕ ਜਗ੍ਹਾ ਤੇ ਲੰਮਾ ਸਮਾਂ ਰੁਕ ਗਏ, ਕਿਉਂਕਿ ਉਹਨਾਂ ਸਮਿਆਂ 'ਚ ਬਰਸਾਤ ਦੇ ਮੌਸਮ ਵਿੱਚ ਸਫ਼ਰ ਨਹੀਂ ਸੀ ਹੋ ਸਕਦਾ। ਔਰੰਗਜ਼ੇਬ ਦੇ ਐਦੀਏ ਉਹਨਾਂ ਦੀ ਭਾਲ ਕਰਨ ਲੱਗੇ ਕਿ ਮਹਾਰਾਜ ਕਿੱਥੇ ਲੋਕ ਗਏ। ਭਾਲ ਕਰਦਿਆਂ ਉਹਨਾਂ ਨੇ ਭਾਲ ਕਰ ਲਈ ਤੇ ਆਗਰੇ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ।
ਆਗਰੇ ਦਾ ਇੱਕ ਹਸਨ ਅਲੀ ਗਰੀਬ ਜਿਹੜਾ ਬੱਕਰੀਆਂ ਚਾਰਦਾ ਸੀ, ਉਹਦੀ ਭਾਵਨਾ ਸੀ ਕਿ ਜੇ ਨੌਵੇਂ ਪਾਤਸ਼ਾਹ ਮੈਨੂੰ ਮਿਲ ਜਾਣ ਤੇ ਉਹਨਾਂ ਦੀ ਗ੍ਰਿਫਤਾਰੀ ਦਾ ਰੱਖਿਆ ਜਿਹੜਾ ਇਨਾਮ ਹੈ ਉਹ ਮੈਨੂੰ ਮਿਲ ਜਾਵੇ ਤਾਂ ਮੇਰੀ ਗਰੀਬੀ ਕੱਟੀ ਜਾਵੇ। ਉਹਦੀ ਭਾਵਨਾ ਵੀ ਪੂਰੀ ਕਰਨ ਵਾਸਤੇ ਮਹਾਰਾਜ ਜੀ ਉਹਦੇ ਰਾਹੀਂ ਹੀ ਗ੍ਰਿਫਤਾਰ ਹੋਏ ਸਨ। ਗ੍ਰਿਫਤਾਰ ਹੁੰਦਿਆਂ ਵੀ ਉਹਦੀ ਗਰੀਬੀ ਕੱਟ ਦਿੱਤੀ। ਗੁਰੂ ਮਹਾਰਾਜ ਜੀ ਨੂੰ ਦਿੱਲੀ ਲਿਜਾਇਆ ਗਿਆ, ਸ਼ਹਿਰ ਤੋਂ ਬਾਹਰ ਇੱਕ ਹਵੇਲੀ ਵਿੱਚ ਰੱਖਿਆ, ਜਿਹੜੀ ਹਵੇਲੀ ਵਿੱਚ ਕੋਈ ਵਸੇਬਾ ਨਹੀਂ ਸੀ ਤੇ ਬੜੀ ਉਜਾੜ ਵਿੱਚ ਸੀ ਤੇ ਭਿਆਨਕ ਸੀ। ਆਮ ਲੋਕ ਉਹਨੂੰ ਭੂਤਾਂ ਵਾਲੀ ਹਵੇਲੀ ਕਹਿੰਦੇ ਸਨ ਕਿ ਇੱਥੇ ਭੂਤ ਰਹਿੰਦੇ ਆ। ਉੱਥੇ ਸਿੱਖਾਂ ਨੂੰ ਤੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਔਰ ਉੱਥੇ ਹੀ ਕਈ ਤਰ੍ਹਾਂ ਦੇ ਤਸੀਹੇ ਦਿੱਤੇ, ਤਸ਼ੱਦਦ ਕੀਤਾ ਗਿਆ। ਉੱਥੋਂ ਫਿਰ ਦਿੱਲੀ ਕੋਤਵਾੜੀ ਦੇ ਵਿੱਚ ਇੱਕ ਪਿੰਜਰੇ 'ਚ ਬੰਦ ਕਰਕੇ ਰੱਖਿਆ ਗਿਆ। ਇਹ ਉਹੀ ਪਿੰਜਰਾ ਹੈ ਜਿਹੜਾ ਪਿੰਜਰਾ ਆਪਾਂ ਵੇਖਦੇ ਹਾਂ ਕਿ ਬਾਬਾ ਬੰਦਾ ਬਹਾਦਰ ਜੀ ਨੂੰ ਲਾਹੌਰ ਤੋਂ ਉਸ ਪਿੰਜਰੇ ਵਿੱਚ ਪਾ ਕੇ ਦਿੱਲੀ ਲਿਜਾਇਆ ਗਿਆ ਸੀ। ਬਾਬਾ ਬੰਦਾ ਬਹਾਦਰ ਜੀ ਦਾ ਕੱਦ ਕੁਛ ਮਧਰਾ ਸੀ, ਇਸ ਕਰਕੇ ਉਹ ਪਿੰਜਰੇ 'ਚ ਖਲੋ ਗਏ ਸਨ। ਪਰ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਕੱਦ ਕੁਝ ਲੰਮਾ ਸੀ, ਇਸ ਕਰਕੇ ਉਹ ਉਸ ਪਿੰਜਰੇ ਵਿੱਚ ਖਲੋ ਨਹੀਂ ਸਨ ਸਕਦੇ, ਕੇਵਲ ਬੈਠ ਸਕਦੇ ਸਨ। ਗੁਰੂ ਸਾਹਿਬ ਜੀ ਨੂੰ ਉਸ ਪਿੰਜਰੇ 'ਚ ਰੱਖਿਆ, ਸਿੱਖਾਂ ਨੂੰ ਵੱਖਰਾ ਸਾਹਮਣੇ ਕੈਦ ਕੀਤਾ ਤੇ ਸਿੱਖਾਂ ਦੀ ਸ਼ਹਾਦਤ ਦਾ ਜ਼ਿਕਰ ਮੈਂ ਕੱਲ ਕਰ ਚੁੱਕਾ। ਤੋ ਅੱਜ ਕੇਵਲ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਆਪਾਂ ਸ਼ਰਧਾ ਸਤਿਕਾਰ ਭੇਟ ਕਰਨਾ ਹੈ। ਗੁਰੂ ਸਾਹਿਬ ਜੀ ਦੇ ਅੱਗੇ ਉਹੀ ਤਿੰਨ ਗੱਲਾਂ ਕੀਤੀਆਂ ਜਿਹੜੀਆਂ ਸਿੱਖਾਂ ਅੱਗੇ ਕੀਤੀਆਂ ਸਨ। ਇਸਲਾਮ ਕਬੂਲ ਕਰੋ, ਕਰਾਮਾਤ ਦਿਖਾਓ ਤੇ ਮਰਨ ਵਾਸਤੇ ਤਿਆਰ ਹੋ ਜਾਓ। ਤੇ ਮਰਨ ਵਾਸਤੇ ਤਾਂ ਗੁਰੂ ਸਾਹਿਬ ਜੀ ਪਹਿਲਾਂ ਹੀ ਤਿਆਰ ਹੋ ਕੇ ਗਏ। ਲਾਲਾ ਦੌਲਤ ਰਾਏ ਸਾਹਿਬੇ ਕਮਾਲ ਵਿੱਚ ਲਿਖਦਾ ਹੈ ਕਿ ਅੱਜ ਤੱਕ ਇਹ ਤਾਂ ਸੁਣਿਆ ਸੀ ਉਲਟੀ ਗੰਗਾ, ਪਰ ਇਹਦਾ ਮਤਲਬ ਨਹੀਂ ਸੀ ਪਤਾ ਲੱਗਦਾ ਕਿ ਉਲਟੀ ਗੰਗਾ ਕਿਹਨੂੰ ਕਹਿੰਦੇ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਾ ਸਾਕਾ ਵਰਤਾ ਕੇ ਉਹਦੇ ਅਰਥ ਕਰ ਦਿੱਤੇ ਕਿ ਉਲਟੀ ਗੰਗਾ ਦਾ ਮਤਲਬ ਇਹ ਹੈ। ਕੀ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ? ਅੱਜ ਤੱਕ ਕਹਿੰਦੇ ਕਾਤਲ ਜਿਹੜਾ ਨਾ ਉਹ ਮਕਤੂਲ ਦੇ ਪਾਸ ਚੱਲ ਕੇ ਆਉਂਦਾ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਕਤੂਲ ਨੇ ਔਰ ਕਾਤਲ ਦੇ ਕੋਲ ਆਪ ਚੱਲ ਕੇ ਗਏ। ਕਤਲ ਹੋਣ ਵਾਸਤੇ, ਸ਼ਹੀਦ ਹੋਣ ਵਾਸਤੇ ਆਪ 300 ਮੀਲ ਦਾ ਸਫ਼ਰ ਕਰਕੇ ਉੱਥੇ ਪਹੁੰਚੇ ਤੇ ਖਿੜੇ ਮੱਥੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ। ਬਹੁਤਾ ਵਿਸਤਾਰ ਨਹੀਂ ਮੈਂ ਕਰ ਸਕਣਾ, ਸਮਾਂ ਬੜੀ ਤੇਜ਼ੀ ਨਾਲ ਚੱਲ ਰਿਹਾ। तो गुरु तेग बहादुर साहब महाराज जी ਨੂੰ पंजाब काजी वहाबुद्दीन ने एक फतवा दिता। दिल्ली का सूबेदार साफी खान उन्होंने औरंगजेब ने एक फरमान भेज दिता सी कि जे गुरु तेग बहादुर इस्लाम विच आ जावे तां ठीक है, नहीं तो कतल कर दिता जाए। कतल करके उहदे शरीर दे 4 टुकड़े करके दिल्ली दे 4 दरवाजियां ते टंगे जान। ये हुक्म सी औरंगजेब दा।
ਇਸ ਤੋਂ ਪਹਿਲਾਂ ਗੁਰੂ ਜੀ ਦੇ ਸਰੀਰ ਉੱਪਰ ਗਰਮ ਰੇਤਾ ਵੀ ਪਾਈ ਗਈ ਔਰ ਭੁੱਖੇ ਪਿਆਸੇ ਤੇ ਉਹਨਾਂ ਨੂੰ ਰੱਖਿਆ ਜਾ ਰਿਹਾ ਸੀ ਤੇ ਹੋਰ ਵੀ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ, ਪਰ ਗੁਰੂ ਸਾਹਿਬ ਦਾ ਚਿਹਰਾ ਉਸੇ ਤਰ੍ਹਾਂ ਰੱਬੀ ਰੰਗ ਵਿੱਚ ਰੰਗਿਆ ਹੋਇਆ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਆਨੰਦ ਤੇ ਖੇੜਾ ਚਿਹਰੇ ਦੇ ਉੱਪਰ ਸੀ। ਜਿਸ ਵੇਲੇ ਗੁਰੂ ਸਾਹਿਬ ਜੀ ਦੇ ਤਸ਼ੱਦਦਾਂ ਦਾ ਪਤਾ ਦਿੱਲੀ ਵਾਸੀਆਂ ਨੂੰ ਲੱਗਾ ਤੇ ਦਿੱਲੀ ਦੀ ਸੰਗਤ ਨੇ ਕਾਜੀ ਵਹਾਬੂਦੀਨ ਨੂੰ ਮਿਲ ਕੇ, ਉਹ ਕੁਝ ਲਾਲਚੀ ਬਿਰਤੀ ਦਾ ਆਦਮੀ ਮਸ਼ਹੂਰ ਸੀ ਕਿ ਲਾਲਚੀ ਹੈ, ਉਹਨੂੰ 1 ਕਰੋੜ ਰੁਪਈਆ ਇਕੱਠਾ ਕਰਕੇ ਦੇਣ ਦੀ ਤਿਆਰੀ ਕੀਤੀ ਕਿ ਇਹਨੂੰ ਕਰੋੜ ਰੁਪਈਆ ਰਿਸ਼ਵਤ ਦੇ ਕੇ ਤੇ ਮਹਾਰਾਜ ਨੂੰ ਛੁਡਾ ਲਿਆ ਜਾਏ। ਇਤਿਹਾਸ ਦੱਸਦਾ ਕਿ ਉਹਨਾਂ ਰੁਪਈਆ ਇਕੱਠਾ ਵੀ ਕਰ ਲਿਆ, ਪਰ ਇਸ ਗੱਲ ਦੀ ਖਬਰ ਗੁਰੂ ਜੀ ਨੂੰ ਲੱਗੀ। ਮਹਾਰਾਜ ਜੀ ਨੇ ਉਹਨਾਂ ਨੂੰ ਮਨਾ ਕਰਤਾ, ਕਹਿੰਦੇ ਨਹੀਂ, ਸੰਗਤ ਦਾ ਰੁਪਈਆ ਸਰਕਾਰੀ ਲੋਕਾਂ ਨੂੰ ਨਹੀਂ ਦੇਣਾ ਤੇ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਵਿਘਨ ਨਾ ਪਾਓ। ਅਸੀਂ ਹਿੰਦੂ ਧਰਮ ਦੀ ਰਾਖੀ ਕਰਨ ਪਹੁੰਚੇ ਹਾਂ ਤੇ ਰਾਖੀ ਸ਼ਹਾਦਤ ਤੋਂ ਬਿਨਾਂ ਹੋਣੀ ਨਹੀਂ। ਇਸ ਵਾਸਤੇ ਸਾਨੂੰ ਇਹ ਭਾਣਾ ਵਰਤਾਉਣ ਦਿਓ। ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸਮਝਦਿਆਂ ਇਸ ਨੂੰ ਸੰਕੋਚ ਲਿਆ, ਨਹੀਂ ਤੇ ਉਸ ਵੇਲੇ ਦਾ ਕਰੋੜ ਅੱਜ ਕੱਲ ਦਾ ਅਰਬ ਵੀ ਨਹੀਂ ਬਣਨਾ। ਇੰਨੀ ਸੰਗਤ ਵਿੱਚ ਸ਼ਰਧਾ ਸੀ ਔਰ ਇੰਨੀ ਸਿੱਖੀ ਪਰਪੱਕ ਸੀ ਤੇ ਦਿੱਲੀ ਦੇ ਵਿੱਚ ਉਸ ਵੇਲੇ 1400 ਦੇ ਕਰੀਬ ਸਿੱਖਾਂ ਦਾ ਘਰ ਸੀ। ਇੰਨੀ ਕੁ ਸੰਗਤ ਸੀ ਉਸ ਵੇਲੇ। ਖੈਰ, ਗੁਰੂ ਸਾਹਿਬ ਜੀ ਨੂੰ ਸ਼ਹੀਦ ਹੋਣ ਵਾਸਤੇ, ਕਤਲ ਕਰਨ ਵਾਸਤੇ ਤਿਆਰੀ ਕੀਤੀ ਗਈ। ਫਰਮਾਨ ਸੁਣਾਇਆ ਗਿਆ। ਸ਼ਾਮ ਦਾ ਸਮਾਂ ਸੀ ਤੇ ਜਲਾਦ ਸਾਹਮਣੇ ਆਇਆ ਤਲਵਾਰ ਲੈ ਕੇ। ਉਹਨੇ ਤਲਵਾਰ ਮਿਆਨ ਚੋਂ ਕੱਢੀ ਹੈ, ਕੱਢ ਕੇ ਤੇ ਗੁਰੂ ਜੀ ਦੇ ਸਾਹਮਣੇ ਇੱਕ ਪੱਥਰ ਦੇ ਉੱਪਰ ਉਹਨੂੰ ਤਿੱਖੀ ਕਰਨ ਲੱਗਾ, ਰਗੜਨ ਲੱਗਾ। ਤੇ ਗੁਰੂ ਸਾਹਿਬ ਜੀ ਉਹਦੀ ਤੇਗ ਨੂੰ ਤੇ ਜਲਾਦ ਨੂੰ ਵੇਖ ਕੇ ਉਹਨਾਂ ਨੇ ਕਿਹਾ, ਐ ਜਲਾਦ, ਜ਼ੁਲਮ ਕਰ ਕਰਕੇ ਤੇਰੀ ਤੇਗ ਲੱਗਦਾ ਖੁੰਡੀ ਹੋ ਗਈ ਹੈ ਤੇ ਤੂੰ ਮੇਰੇ ਸਾਹਮਣੇ ਤਿੱਖੀ ਕਰ ਰਿਹਾ ਮੈਨੂੰ ਡਰਾਉਣ ਵਾਸਤੇ, ਪਰ ਯਾਦ ਰੱਖੀ ਮੈਂ ਡਰਨਾ ਨਹੀਂ। ਇੱਕ ਵਿਦਵਾਨ ਸ਼ਾਇਰ ਨੇ ਲਿਖਿਆ ਕਿ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, 1 2 ਨਹੀਂ ਪਰਖ ਲਾ 100 ਤੇਗਾਂ। ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਵੇਖ ਬਾਪੂ ਦੀਆਂ ਪਹਿਨੀਆਂ 2 ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਨ ਆਣੀ, ਵੇਖ ਬਾਪੂ ਦੀਆਂ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ। ਐ ਔਰੰਗਜ਼ੇਬ, ਐ ਮੁਗਲਿਆ ਹਕੂਮਤ, ਤੁਸੀਂ ਮੈਨੂੰ ਤੇਗ ਵਿਖਾ ਕੇ ਡਰਾਉਂਦੇ ਹੋ। ਮੇਰਾ ਤੇ ਨਾਮ ਹੀ ਤੇਗ ਬਹਾਦਰ ਹੈ। ਮੈਂ ਤਾਂ ਬਾਪੂ ਦੀ ਗੋਦ ਵਿੱਚ ਜਦੋਂ ਹੁੰਦਾ ਸਾਂ ਤੇ ਮੇਰੀ ਪੀਰੀ ਦੀਆਂ 2 ਤਲਵਾਰਾਂ ਮੇਰੇ ਸਿਰ ਤੇ ਮੈਨੂੰ ਦਿਖਾਈ ਦਿੰਦੀਆਂ ਸਨ। ਵੇਖ ਬਾਪੂ ਦੀਆਂ ਪਹਿਨੀਆਂ 2 ਤੇਗਾਂ। ਕਿਉਂਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ
ਇਹ ਸਾਹਿਬਜ਼ਾਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਜਲਾਦ ਨੇ ਇੱਕ ਵਾਰ ਕੀਤਾ, ਧੜ ਤੋਂ ਅਲੱਗਾ ਹੋ ਗਿਆ। ਪਰ ਇਹਨੇ ਨੂੰ ਸਮਾਂ ਰਾਤ ਦਾ ਸੀ, ਸ਼ਾਮ ਦਾ ਸੀ, ਹਨੇਰਾ ਹੋਇਆ। ਇਤਿਹਾਸ ਦੱਸਦਾ ਕਿ ਉਸ ਵੇਲੇ ਬੜੀ ਤੇਜ਼ ਜ਼ੋਰ ਦੀ ਹਨੇਰੀ ਚੱਲੀ, ਜਿਸ ਕਰਕੇ ਅਗਲਾ ਫਰਮਾਨ ਔਰੰਗਜ਼ੇਬ ਦਾ ਅਮਲ ਵਿੱਚ ਨਾ ਲਿਆਂਦਾ ਗਿਆ। ਧੜ ਤੇ ਸੀਸ ਉਸੇ ਜਗ੍ਹਾ ਤੇ ਪਏ ਰਹੇ। ਅਗਲੇ ਦਿਨ ਉਹਨਾਂ ਨੇ ਅਗਲੀ ਕਾਰਵਾਈ ਕਰਨੀ ਸੀ, ਪਰ ਰਾਤੋਂ ਰਾਤ ਭਾਈ ਨਾਨੂ, ਭਾਈ ਆਗਿਆ, ਭਾਈ ਜੈਤਾ, ਇਹਨਾਂ ਨੇ ਗੁਰੂ ਕਾ ਸੀਸ ਸੰਭਾਲਿਆ ਤੇ ਰਾਤੋਂ ਰਾਤ ਦਿੱਲੀ ਨਿਕਲ ਕੇ ਪੰਜਾਬ ਦੇ ਰਸਤੇ ਨੂੰ ਪਏ। ਉਧਰ ਲੱਖੀ ਸ਼ਾਹ ਵਣਜਾਰਾ, ਉਹਦਾ ਪੁੱਤਰ ਨਗਾਈਆ ਤੇ ਹੋਰ, ਉਹਨਾਂ ਨੇ ਗੁਰੂ ਦੇ ਧੜ ਦੀ ਸੰਭਾਲ ਕੀਤੀ। ਆਪਣੇ ਗੱਡਿਆਂ ਦਾ ਕਾਫਲਾ ਇਸ ਪਾਸੇ ਲਿਆਂਦਾ ਔਰ ਇੱਕ ਗੱਡੇ ਦੇ ਵਿੱਚ ਛੁਪਾ ਕੇ ਗੁਰੂ ਦਾ ਧੜ ਉਹ ਆਪਣੇ ਘਰ ਲੈ ਗਿਆ। ਉਹਦਾ ਘਰ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਹੈ, ਇਹ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ। ਆਪਣੇ ਘਰ ਅੰਦਰ ਉਹਨੇ ਚਿਖਾ ਬਣਾ ਕੇ ਤੇ ਸੰਸਕਾਰ ਕੀਤਾ, ਨਾਲ ਹੀ ਘਰ ਨੂੰ ਅੱਗ ਲਾ ਦਿੱਤੀ ਤੇ ਬਾਹਰ ਰੌਲਾ ਪਾ ਰਿਹਾ, ਮੇਰਾ ਘਰ ਬਚਾਓ, ਮੇਰਾ ਘਰ ਬਚਾਓ। ਤੇ ਅੰਦਰੋਂ ਸ਼ੁਕਰ ਕਰਦਾ ਕਿ ਮਹਾਰਾਜ ਦੇ ਧੜ ਦਾ ਸੰਸਕਾਰ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਅਨੋਖੇ ਸ਼ਹੀਦ ਹੈ ਕਿ ਜਿਨ੍ਹਾਂ ਨੇ ਆਪ ਸ਼ਹੀਦੀ ਦਾ ਜਾਮ ਜਾ ਕੇ ਪੀਤਾ ਹੈ। ਔਰ ਅਨੋਖਾ ਅੰਗੀਠਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜਿਨ੍ਹਾਂ ਦੇ 2 ਅੰਗੀਠੇ ਬਣੇ ਨੇ, 2 ਸੀਸਗੰਜ ਬਣੇ, ਇੱਕ ਦਿੱਲੀ ਵਿੱਚ, ਇੱਕ ਅਨੰਦਪੁਰ ਸਾਹਿਬ। ਧੜ ਦਾ ਸੰਸਕਾਰ ਦਿੱਲੀ ਵਿੱਚ ਹੋਇਆ ਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਗੁਰਦੁਆਰਾ, ਉੱਥੇ ਵੀ ਸੀਸਗੰਜ ਹੈ, ਜਿੱਥੇ ਮਹਾਰਾਜ ਦਾ ਸੀਸ ਦਾ ਸੰਸਕਾਰ ਹੋਇਆ। ਤੋ 9ਵੇਂ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਸ਼ਹੀਦੀ ਸਾਕਾ ਆਪਾਂ ਯਾਦ ਕੀਤਾ। ਭੁੱਲਾਂ ਚੁੱਕਾਂ ਦੀ ਹਜ਼ੂਰ ਖਿਮਾ ਕਰਨ। ਬਹੁਤ ਇਤਿਹਾਸ ਬਾਕੀ ਹੈ, ਪਰ ਸਮੇਂ ਨੂੰ ਵੇਖਦਿਆਂ ਇੱਥੇ ਹੀ ਸਮਾਪਤੀ ਹੈ। ਕਰੋ ਗੁਰੂ ਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।